ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਪਿਆਰੀ ਦਾਤ ਸਾਨੂੰ ਪਿਆਰੀ ਸੇਵਾ ਜਿਹੜੀ ਬਖਸ਼ੀ ਹੈ। ਸੰਗਤਾਂ ਨੂੰ ਘੱਟ ਤੋਂ ਘੱਟ ਕੀਮਤ ਦੇ ਵਿੱਚ ਜਿਹੜੀ ਆ ਬ੍ਰਾਂਡਡ ਮੈਡੀਸਨ ਵੀ ਤੇ ਜੈਨਿਕ ਮੈਡੀਸਨ ਇਹ ਇਹਨਾਂ ਨੂੰ ਪ੍ਰੋਵਾਈਡ ਕਰਾਈ ਜਾਵੇ। ਤਕਰੀਬਨ 1.5 ਸਾਲ ਦੇ ਵਿੱਚ 13 ਮੈਡੀਕਲਸ ਹੱਟੀ ਹੈ। ਇਸ ਟਾਈਮ ਨਾਰਥ ਇੰਡੀਆ ਦੀ ਸਾਰਿਆਂ ਨਾਲੋਂ ਵੱਡੀ ਰਿਟੇਲ ਕਾਊਂਟਰ ਹੈ। 700 ਤੋਂ ਉੱਤੇ ਸੰਗਤ ਰੋਜ਼ਾਨਾ ਇੱਥੇ ਦਵਾਈ ਲੈ ਕੇ ਜਾਂਦੀ ਹੈ। ਇੱਥੇ ਅਗਰ MRP 100 ਰੁਪਏ ਹੈ, 80 ਰੁਪਏ ਦੀ ਦੁਕਾਨਦਾਰ ਨੂੰ ਮਿਲਦੀ ਹੈ। ਅੱਗੋਂ ਉਹਨੇ ਆਪਣਾ ਖਰਚਾ ਵੀ ਕੱਢਣਾ ਹੈ ਤੇ ਉਹ ਕਿਸੇ ਨੂੰ 5%, ਕਿਸੇ ਨੂੰ 8%, ਕਿਸੇ ਨੂੰ 10% ਡਿਸਕਾਊਂਟ ਦੇ ਦਿੰਦੇ। ਜਿਹੜੀ ਅਸੀਂ 80 ਰੁਪਏ ਦੀ ਲੈਂਦੇ ਹਾਂ ਤੇ ਉਹ ਅਸੀਂ 75 ਰੁਪਏ ਦੀ ਅੱਗੋਂ ਦਿੰਦੇ ਹਾਂ, 5% ਗੁਰੂ ਨਾਨਕ ਸਾਹਿਬ ਦਾ ਪਾ ਕੇ ਦਿੰਦੇ ਹਾਂ। ਸ਼ੁਰੂਆਤ 'ਚ ਬੜਾ ਵਿਰੋਧ ਵੀ ਹੋਇਆ, ਸਾਡੇ ਬਾਈਕਾਟ ਵੀ ਹੋਏ, ਸਪਲਾਈਆਂ ਵੀ ਸਾਡੀਆਂ ਬੰਦ ਹੋਈਆਂ। ਕਈ ਗੱਲਾਂ ਵੀ ਮੈਨੂੰ ਕਹੀਆਂ, ਮੈਂ ਇਹਨੂੰ ਇੱਕੋ ਗੱਲ ਉਹਨਾਂ ਨੂੰ ਸਮਝਾ ਕੇ ਆਇਆ ਸੀ ਵੀ ਜੇ ਤਾਂ ਗੁਰੂ ਨਾਨਕ ਸਾਹਿਬ ਦੀ ਹੱਟੀ ਹੈ ਇਹ ਤਾਂ ਬੰਦ ਨਹੀਂ ਹੋਣੀ, ਜੇ ਸੱਭਰਵਾਲ ਦੀ ਹੱਟੀ ਫੇਰ ਬੰਦ ਹੋ ਸਕਦੀ। ਇਹ ਜੀ ਕਿਰਪਾ ਰਹੀ। 6 ਮਹੀਨੇ ਬਾਅਦ ਜਿੰਨੇ ਹੋਲਸੇਲਰ ਸੀ ਸਾਰੇ ਸਾਡੇ ਕੋਲ ਵਾਪਸ ਆ ਗਏ। ਸਾਰਿਆਂ ਨੇ ਸਪਲਾਈਆਂ ਸਾਨੂੰ ਸ਼ੁਰੂ ਕਰਤੀਆਂ ਦੇਣੀਆਂ। ਹੋਰ 2 ਮਹੀਨੇ ਦੇ ਅਸੀਂ ਚੰਡੀਗੜ੍ਹ ਦੇ 50 ਬੈੱਡ ਦਾ ਇੱਕ ਹਸਪੀਟਲ ਲੈ ਕੇ ਆ ਰਹੇ ਹਾਂ, ਫੁੱਲ ਫਲੈਜ 13 ਹਸਪੀਟਲ। ਡਾਕਟਰ ਨਾਲ ਆਊਟ ਹੋ ਜਾਣਾ ਜੇ ਇਹਨਾਂ ਨੂੰ ਸਾਡੇ ਦਰਦ ਇਹ ਵੀ ਗਰੀਬਾਂ ਦਾ ਫ੍ਰੀ ਕਰਨਾ ਸ਼ੁਰੂ ਕਰ ਦੇਣ। ਮੇਨ ਤਾਂ ਮਕਸਦ ਹੈ ਨਾ ਲੋੜਵੰਦ ਗਰੀਬ ਪਰਿਵਾਰ ਦਾ ਇਲਾਜ ਹੋਵੇ, ਚਾਹੇ ਸਰਕਾਰੀ ਸੰਸਥਾ 'ਚ ਹੋਵੇ ਚਾਹੇ ਪ੍ਰਾਈਵੇਟ 'ਚ ਹੋਵੇ। 32 ਸੈਕਟਰ ਤੇ PGI ਦੇ ਕੈਂਸਰ ਪੇਸ਼ੈਂਟ ਹੁੰਦੇ ਜਿਹੜਾ ਦੇ ਉੱਥੇ ਪੂਰ ਫ੍ਰੀ ਦੀ ਸਟੈਂਪ ਲੱਗੀ ਹੁੰਦੀ ਵੀ ਉਹਨਾਂ ਕੋਲ ਪੈਸਾ ਕੋਈ ਨਹੀਂ। 1 ਲੱਖ ਰੁਪਏ ਦੀ ਦਵਾਈ ਅਸੀਂ ਫ੍ਰੀ ਆਫ ਕਾਸਟ ਹਰ ਮਹੀਨੇ ਜਿਹੜੀ ਗੁਰੂ ਨਾਨਕ ਦੇ ਖਾਤੇ 'ਚੋਂ ਦਿੰਦੇ। ਜਿਹੜੇ ਕੀਮੋ ਲੈਣ ਆਉਂਦੇ ਆ, ਦਵਾਈਆਂ ਲੈਣ ਆਉਂਦੇ ਆ, ਅਸੀਂ ਮਨਾ ਨਹੀਂ ਕਰਦੇ ਕਿਸੇ ਨੂੰ। 2 ਕਰੋੜ ਰੁਪਏ ਦੀ ਅਸੀਂ ਇੱਕ ਬੱਸ ਬਣਾਈ ਹੈ ਕੈਂਸਰ ਦੀ। ਸਾਡੀ ਔਕਾਤ ਨਹੀਂ ਹੈ ਵੀ 2 ਕਰੋੜ ਰੁਪਏ ਦੀ ਗੱਡੀ ਬਣਾਵਾਂਗੇ। ਔਰ ਜਦੋਂ ਬਣੀ ਫੁੱਲਾਂ ਦੀ ਤਰ੍ਹਾਂ ਬਣ ਗਈ, ਪਤਾ ਨਹੀਂ ਕਿੱਥੋਂ ਕਿਹੜੀ ਸੰਗਤ ਨੇ ਸਹਿਯੋਗ ਕਰਤਾ। ਐਲੈਂਜਸ ਕੰਪਨੀ ਵਾਲੇ ਇੰਨੇ ਝੂਠੇ। ਇੱਕ ਮੀਟਿੰਗ ਕੀਤੀ ਮੈਂ MD ਨਾਲ ਤੇ ਮੈਨੂੰ ਕਹਿੰਦਾ ਦੱਸ ਕੀ ਚਾਹੀਦਾ। ਮੈਂ ਕਿਹਾ ਮੇਰਾ ਮਨ ਦੀ ਮੇਰਾ ਡ੍ਰੀਮ ਹੈ ਕਿ ਇੱਕ ਗੱਡੀ ਹੋਵੇ, ਘਰ ਘਰ ਜਾ ਕੇ ਲੇਡੀਜ਼ ਨੂੰ ਨਾ ਮੈਮੋਗ੍ਰਾਫੀ ਤੋਂ ਟੈਸਟ ਕਰਨਾ। ਕਹਿੰਦੇ ਜਾ ਫਿਰ ਅੱਜ ਤੋਂ ਮੈਮੋਗ੍ਰਾਫੀ ਦੀ 40 ਲੱਖ ਦੀ ਮਸ਼ੀਨ ਮੇਰੇ ਕੋਲ। ਪਰ ਗੁਰੂ ਨਾਨਕ ਜੀ ਦੀ ਹੱਟੀ ਨੂੰ ਕਦੇ ਇਹ ਤਾਂ ਨਹੀਂ ਸਾਹਮਣਾ ਕਰਨਾ ਪਿਆ ਵੀ ਕਿਤੇ ਤੋੜ ਪੈ ਗਈ ਹੋਵੇ? ਜੇ ਗੁਰੂ ਨਾਨਕ ਦੇ ਘਰ ਤੋੜ ਪੈ ਗਈ ਤੇ ਫਿਰ ਵਾਧਾ ਕਿੱਥੇ ਹੋਵੇਗਾ। 35000 ਤੋਂ ਉੱਤੇ ਮੈਡੀਸਨ ਸਾਡੇ ਕੋਲ ਹੈ। ਔਰ ਤੁਸੀਂ ਜਿਵੇਂ ਇਹ ਆ ਕੇ ਦੇਖ ਰਹੇ ਹੋ, ਜਦੋਂ ਅਸੀਂ ਖੋਲ੍ਹਦੇ ਹਾਂ ਤੇ ਬਾਹਰ ਲਾਈਨ ਲਾ ਕੇ ਸੰਗਤ ਖੜੀ ਹੁੰਦੀ ਹੈ ਤੇ ਸ਼ਾਮ ਨੂੰ 8 ਵਜੇ ਬੜੀ ਔਖੀ ਬੰਦ ਕਰਦੇ ਹਾਂ ਅਸੀਂ। ਖਜ਼ਾਨੇ ਗੁਰੂ ਨਾਨਕ ਦੇ ਭਰੇ ਹੋਏ ਨੇ ਤੇ ਗੁਰੂ ਨਾਨਕ ਨੇ ਸਾਨੂੰ ਵੀ ਦਲੇਰੀ ਦਿੱਤੀ, ਵੰਡ ਦਿਓ। ਅਸੀਂ ਅੱਜ ਤੱਕ ਕੰਪਿਊਟਰ ਦੇ ਨਾਲ ਟੈਲੀ ਨਹੀਂ ਕੀਤਾ। ਸਾਨੂੰ ਇਹ ਪਤਾ ਸੀ ਚੜ੍ਹਦੀ ਕਲਾ 'ਚ ਜੇ 10 ਬੰਦੇ ਆ ਕੇ ਬਲੈਸਿੰਗਸ ਦੇ ਜਾਂਦੇ ਨਾ, ਅਸੀਂ ਅਰਬਾਂ ਪਤੀਆਂ ਕਰੋੜਾਂ ਪਤੀ ਨਹੀਂ। ਉਹਨਾਂ ਦੀ ਬਲੈਸਿੰਗ ਮਿਲਦੀ ਨਹੀਂ ਅੱਜ ਕੱਲ੍ਹ ਪੈਸੇ ਨਾਲ। ਸਾਡੇ ਕੰਮ ਬਿਨਾਂ ਪੈਸੇ ਤੋਂ ਇੰਨੇ ਹੋ ਜਾਂਦੇ, ਲੋਕਾਂ ਦੇ ਕਰੋੜਾਂ ਖਰਚ ਕੇ ਨਹੀਂ ਹੁੰਦੇ। ਸਤਿ ਸ਼੍ਰੀ ਅਕਾਲ ਜੀ। ਅੱਜ ਜਿੱਥੇ ਖੜੇ ਆ ਅਸੀਂ ਇਹ ਪਿੱਛੇ ਤੋਂ ਤੁਸੀਂ ਦੇਖ ਹੀ ਲਿਆ ਹੋਣਾ ਤੇ ਅੱਗੇ ਵੀ ਤੁਹਾਨੂੰ ਜਿਵੇਂ ਜੰਕਾ ਜਿ ਅਸੀਂ ਦਿਖਾਇਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਦਵਾਈਆਂ ਦੀ ਦੁਕਾਨ ਤੇ ਖੜੇ ਆ। ਦੁਕਾਨ ਨਹੀਂ ਜ਼ਿਆਦਾ ਸੇਵਾ ਕਹਾਂਗੇ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਮੈਡੀਕਲ ਲਾਈਨ ਦੇ ਵਿੱਚ ਡਾਕਟਰਾਂ ਦੀ ਗੱਲ ਹੋਵੇ ਜਾਂ ਫਿਰ ਗੱਲ ਕਹੀਏ ਟੈਸਟਾਂ ਨੂੰ ਲੈ ਕੇ, ਦਵਾਈਆਂ ਨੂੰ ਲੈ ਕੇ, ਤਾਂ ਆਖਰਕਾਰ ਲੁੱਟ ਕਿੰਨੀ ਹੈ ਖੈਰ ਕਿਸੇ ਤੋਂ ਨਹੀਂ ਲੁਕਿਆ। ਬਹੁਤ ਵਾਰੀ ਰੌਲਾ ਵੀ ਪੈ ਗਿਆ। ਪਰ ਚੰਡੀਗੜ੍ਹ ਦੀ ਅਜਿਹੀ ਇੱਕ ਸੇਵਾ ਜਿੱਥੇ ਸੱਭਰਵਾਲ ਜੀ ਹੋਰਾਂ ਨਾਲ ਗੱਲ ਕਰਾਂਗੇ। ਸ਼ੁਰੂਆਤ ਇਹਨਾਂ ਨੇ ਕਰੀ ਸੀ ਖੈਰ, ਪਰ ਗੁਰੂ ਸਾਹਿਬ ਦੇ ਚਰਨੀ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਪਹਿਲਾਂ ਆਏ ਸੀ, ਬੜੀ ਇੱਕ ਛੋਟੀ ਜਿਹੀ ਸੀਮਤ ਥਾਂ ਸੀ, ਉਹ ਇੱਕ ਸਾਈਡ ਅਸੀਂ ਦੇਖਦੇ ਸੀਗੇ। ਉਦੋਂ ਪ੍ਰਣੇ ਕੀਤਾ ਸੀ ਕਿ ਆਖਰਕਾਰ ਲੋਕਾਂ ਨੂੰ ਸਸਤੀ ਤੇ ਸੌਖੀ ਤਰੀਕੇ ਦੇ ਨਾਲ ਜਿਹੜੀ ਦਵਾਈ ਮਿਲ ਸਕੇ, ਕਿਉਂਕਿ ਇਹ ਵੀ ਇੱਕ ਹੁਣ ਜ਼ਿੰਦਗੀ ਦਾ ਹਿੱਸਾ ਬਣ ਗਿਆ। ਹੁਣ ਅੱਗੇ ਕੀ ਚੀਜ਼ਾਂ ਹੋ ਗਈਆਂ ਨੇ, ਕਿਉਂਕਿ ਜੀ ਆਮ ਤੌਰ ਤੇ ਤੁਸੀਂ ਸੁਣ ਲਓ ਜਿਹੜੇ ਵੱਡੇ ਸਟੋਰਾਂ ਤੇ ਜਾਂਦੇ ਆ, ਖਾਸ ਕਰ ਤੁਸੀਂ ਇਹ ਵੀ ਦੇਖ ਲਿਆ ਸੁੱਖ ਨਾਲ ਬਹੁਤ ਵੱਡਾ ਸਟੋਰ ਆ ਤੇ ਉੱਥੇ ਤੁਹਾਨੂੰ ਆਮ ਤੌਰ ਤੇ ਮਹਿੰਗੀਆਂ ਕਮਿਸ਼ਨ ਵਾਲੀਆਂ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ ਨੇ। ਉਹ ਸਾਰੀਆਂ ਹੁਣ ਸੱਭਰਵਾਲ ਸਾਹਿਬ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਹਿ ਸਕਦਾ ਵੀ ਜਿਹੜਾ ਮੈਂ ਪਹਿਲਾਂ ਸੀਨ ਦੇਖਿਆ ਤੇ ਉਹ ਤੋਂ ਬੜੀ ਬਦਲ ਗਈ ਹੈ ਚੀਜ਼ ਤੇ ਬਾਬਾ ਜੀ ਦਾ ਕਹਿ ਸਕਦੇ ਆਸ਼ੀਰਵਾਦ ਹੀ ਹੈ ਕਿ ਸੱਚਿਓ ਫਿਰ ਤੇਰੇ ਵਾਲਾ ਕੰਮ ਹੋ ਗਿਆ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਪਿਆਰੀ ਦਾਤ ਸਾਨੂੰ ਪਿਆਰੀ ਸੇਵਾ ਜਿਹੜੀ ਬਖਸ਼ੀ ਹੈ ਕਿ ਸੰਗਤਾਂ ਨੂੰ ਜੋ ਹੈਗੀ ਹੈ ਘੱਟ ਤੋਂ ਘੱਟ ਕੀਮਤ ਦੇ ਵਿੱਚ ਜਿਹੜੀ ਆ ਬ੍ਰਾਂਡਡ ਮੈਡੀਸਨ ਵੀ ਤੇ ਜੈਨਿਕ ਮੈਡੀਸਨ ਵੀ ਇਹ ਇਹਨਾਂ ਨੂੰ ਪ੍ਰੋਵਾਈਡ ਕਰਾਈ ਜਾਵੇ। ਔਰ ਤਕਰੀਬਨ 1.5 ਸਾਲ ਦੇ ਵਿੱਚ ਇਹ ਜਿਹੜੀ 13 ਮੈਡੀਕਲਸ ਹੱਟੀ ਹੈ। ਇਸ ਟਾਈਮ ਨਾਰਥ ਇੰਡੀਆ ਦੀ ਸਾਰਿਆਂ ਨਾਲੋਂ ਵੱਡੀ ਰਿਟੇਲ ਕਾਊਂਟਰ ਹੈ। 700 ਤੋਂ ਉੱਤੇ ਸੰਗਤ ਰੋਜ਼ਾਨਾ ਇੱਥੇ ਦਵਾਈ ਲੈ ਕੇ ਜਾਂਦੀ ਹੈ। ਇੱਥੇ ਲੋਕਾਂ ਦਾ ਵਿਸ਼ਵਾਸ ਜੁੜ ਗਿਆ ਜਾਵੇ ਕਿ ਕਹੀਏ ਕਿੰਨਾ ਹੋਣਾ ਇਸ ਟਾਈਮ ਪੂਰਾ ਹੈ ਜੀ। ਪੂਰੇ ਤੁਸੀਂ ਇੱਥੋਂ 100 ਕਿਲੋਮੀਟਰ ਤੋਂ ਦੂਰੋਂ ਸੰਗਤ ਇੱਥੇ ਆ ਕੇ ਦਵਾਈਆਂ ਲੈਣ ਆਉਂਦੀ ਹੈ ਤੇ 2-2 3-3 ਮਹੀਨੇ ਦੀ ਦਵਾਈ ਇੱਥੇ ਲੈ ਕੇ ਜਾਂਦੀ। ਕਿਉਂਕਿ
ਪਹਿਲੇ ਜੇ 3 ਮਹੀਨੇ ਦੀ ਦਵਾਈ ਜਿੰਨੇ ਪੈਸੇ ਚ ਆਉਂਦੀ ਸੀ ਉਹਦੇ ਚ 3 ਮਹੀਨੇ ਦੇ ਪੈਸਿਆਂ 'ਚ ਹੁਣ 5 ਮਹੀਨੇ ਦੀ ਦਵਾਈ ਉਹਨਾਂ ਨੂੰ ਮਿਲ ਜਾਂਦੀ ਹੈ। ਇਹਦੇ ਚ ਸਭਰੋਲ ਸਾਹਿਬ ਦੇਖਿਓ ਕਨਸੈਪਟ ਕੀ ਸੀਗੀ ਪਹਿਲਾਂ ਸੋਚ, ਜਿਵੇਂ ਕਹੀਏ ਕਿ ਗੁਰੂ ਸਾਹਿਬ ਦਾ, ਜਿਵੇਂ ਹੁਣ ਤੁਸੀਂ ਤਾਂ ਉਹਨਾਂ ਦੇ ਲਕਸ਼ਾਂ ਤੇ ਚੱਲੇ ਹੋਏ ਹੋ, ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ 13 ਹੀ 13 ਦੇ ਨਾਮ ਤੇ, ਜੇ ਕਹੀਏ ਲੈਬੋਰਟਰੀ ਵੀ ਆ, ਹਸਪੀਟਲ ਵੀ ਆ, ਦਵਾਈਆਂ ਦੀ ਵੀ ਗੱਲ ਤੁਸੀਂ ਪਹਿਲਾਂ ਸ਼ੁਰੂਆਤ ਕਰੀ ਸੀ। ਤੇ ਹੁਣ ਜੇ ਗੱਲ ਕਰੀਏ ਇੱਥੇ ਦਾ ਪ੍ਰੋਜੈਕਟ ਬਹੁਤ ਲੱਗਦਾ ਸੀਗਾ ਵੀ ਸ਼ਾਇਦ ਆਸੇ-ਪਾਸੇ ਦੀ, ਜਿਵੇਂ ਜਿਹਨੂੰ ਮੰਡੀ ਜਾਂ ਕਹਿ ਦਈਏ ਕਿ ਮਾਫੀਆ ਵੀ ਬੜਾ ਉਤਸੁਕ ਰਹਿੰਦਾ ਕਿ ਆਖਰ ਜੇਕਰ ਇੱਕ ਬੰਦਾ ਕਿਤੇ ਘਟਦਾ ਵਿੱਚੋਂ ਸਾਡਾ ਨੁਕਸਾਨ ਨਾ ਹੋ ਜਾਏ। ਦੇਖੋ ਜਦੋਂ ਇਹ ਸ਼ੁਰੂਆਤ ਕੀਤੀ ਗਈ 13 ਦੀ, ਕਿਉਂਕਿ ਜੇ ਕੋਈ ਵੀ ਸ਼ਾਪ ਹੈ ਉਹਨੂੰ ਜਿਹੜੇ ਹੋਲਸੇਲਰ ਨੇ ਨਾ ਦਵਾਈਆਂ ਜਿਹੜੀਆਂ ਨੇ ਐਥੀਕਲ ਦਵਾਈਆਂ ਤੇ 20% ਡਿਸਕਾਊਂਟ ਦਿੰਦੇ ਆ। ਅਗਰ MRP 100 ਰੁਪਏ ਹੈ ਤੇ 80 ਰੁਪਏ ਦੀ ਦੁਕਾਨਦਾਰ ਨੂੰ ਮਿਲਦੀ ਹੈ। ਅੱਗੋਂ ਉਹਨੇ ਆਪਣਾ ਖਰਚਾ ਵੀ ਕੱਢਣਾ ਹੈ, ਸਟਾਫ ਦਾ ਵੀ ਖਰਚਣਾ ਹੈ, ਬਿਜਲੀ ਪਾਣੀ ਵੀ ਖਰਚਣੀ ਹੈ, ਤੇ ਉਹ ਕਿਸੇ ਨੂੰ 5%, ਕਿਸੇ ਨੂੰ 8%, ਕਿਸੇ ਨੂੰ 10% ਡਿਸਕਾਊਂਟ ਦੇ ਦਿੰਦੇ ਸੀ। ਪਰ ਜਦੋਂ ਇਹ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਤੇ ਗੁਰੂ ਸਾਹਿਬ ਕਹਿੰਦੇ ਵੀ 20% ਤੁਸੀਂ ਲੈ ਕੇ ਤੇ 20% ਨਹੀਂ ਦੇਣਾ, 5% ਮੇਰਾ ਹਿੱਸਾ ਵਿੱਚ ਪਾ ਕੇ ਦੇਣਾ। ਤੇ ਜਿਹੜੀ ਅਸੀਂ 80 ਰੁਪਏ ਦੀ ਲੈਂਦੇ ਹਾਂ ਤੇ ਉਹ ਅਸੀਂ 75 ਰੁਪਏ ਦੀ ਜਿਹੜੀ ਅੱਗੋਂ ਦਿੰਦੇ ਹਾਂ, 5% ਗੁਰੂ ਨਾਨਕ ਸਾਹਿਬ ਦਾ ਪਾ ਕੇ ਦਿੰਦੇ ਹਾਂ। ਤੇ ਸ਼ੁਰੂਆਤ 'ਚ ਬੜਾ ਵਿਰੋਧ ਵੀ ਹੋਇਆ, ਸਾਡੇ ਬਾਈਕਾਟ ਵੀ ਹੋਏ, ਸਪਲਾਈਆਂ ਵੀ ਸਾਡੀਆਂ ਬੰਦ ਹੋਈਆਂ। ਮੈਂ ਉਹ ਪੁੱਛਣ ਲੱਗਾ ਕਿ ਆਮ ਤੌਰ ਤੇ ਇਹ ਜੇ ਕਹੀਏ ਕਿ ਵੀ ਵੈਸੇ ਜੇ ਕਿਸੇ ਦੇ ਉਲਟ ਹੋ ਜਾਣ ਤਾਂ ਜਿੱਥੇ ਬਹੁਤ ਵੱਡਾ ਸਾਹਮਣੇ ਜਿਵੇਂ ਮੰਡੀ ਖੜੀ ਆ ਤਾਂ ਉਹਨਾਂ ਨੂੰ ਉੱਥੇ ਸਪਲਾਈਆਂ ਬੰਦ ਹੋ ਜਾਂਦੀਆਂ ਨੇ ਦਵਾਈਆਂ, ਜਾਂ ਫਿਰ ਉਹ ਦੇਣੀਆਂ ਨਹੀਂ, ਹੋਰ ਦੇ ਦੇਣੀਆਂ, ਇਹ ਚੀਜ਼ਾਂ ਦਾ ਬੜਾ ਹੁੰਦਾ, ਯਾਨੀ ਕਿ ਇਹ ਸਾਹਮਣਾ ਕਰਨਾ ਪਿਆ ਫਿਰ ਗੁਰੂ ਸਾਹਿਬ ਨੂੰ। ਨਹੀਂ ਬੜਾ ਸੀ, ਮੈਨੂੰ ਬੁਲਾ ਕੇ ਕਈ ਗੱਲਾਂ ਵੀ ਮੈਨੂੰ ਕਹੀਆਂ, ਮੈਂ ਇਹਨੂੰ ਇੱਕੋ ਗੱਲ ਉਹਨਾਂ ਨੂੰ ਸਮਝਾ ਕੇ ਆਇਆ ਸੀ ਵੀ ਜੇ ਤਾਂ ਗੁਰੂ ਨਾਨਕ ਸਾਹਿਬ ਦੀ ਹੱਟੀ ਹੈ ਇਹ ਤਾਂ ਬੰਦ ਨਹੀਂ ਹੋਣੀ, ਜੇ ਸੱਭਰਵਾਲ ਦੀ ਹੱਟੀ ਫੇਰ ਬੰਦ ਹੋ ਸਕਦੀ। ਉਹ ਇਹੋ ਜਿਹੀ ਕਿਰਪਾ ਰਹੀ, 6 ਮਹੀਨੇ ਬਾਅਦ ਜਿੰਨੇ ਹੋਲਸੇਲਰ ਸੀ ਸਾਰੇ ਸਾਡੇ ਕੋਲ ਵਾਪਸ ਆ ਗਏ, ਸਾਰਿਆਂ ਨੇ ਸਪਲਾਈਆਂ ਸਾਨੂੰ ਸ਼ੁਰੂ ਕਰਤੀਆਂ ਦੇਣੀਆਂ। ਤੇ ਹੁਣ ਸਾਡਾ ਬੜਾ ਪਿਆਰ ਵਾਲੇ ਰਿਲੇਸ਼ਨ ਨੇ ਸਾਰਿਆਂ ਦੇ, ਉਹ ਆਪਣੀ ਜਗ੍ਹਾ ਤੇ ਠੀਕ ਨੇ, ਉਹਨਾਂ ਨੇ ਘਰ ਪਰਿਵਾਰ ਵੀ ਪਾਲਣਾ ਹੈ, ਬੱਚੇ ਕਰਨੇ ਨੇ, ਦੁੱਖ ਸੁੱਖ ਵਾਸਤੇ ਪੈਸੇ ਵੀ ਇਕੱਠੇ ਕਰਨੇ। ਸਾਨੂੰ ਗੁਰੂ ਨਾਨਕ ਨੇ ਵੰਡਣ ਦੀ ਡਿਊਟੀ ਲਾਈ ਹੈ। ਗੁਰੂ ਸਾਹਿਬ ਕਹਿੰਦੇ ਮੈਂ ਦੇਈ ਜਾਣਾ ਤੇ ਸੰਗਤ ਨੂੰ ਵਿੱਚ, ਸੰਗਤ ਦੀ ਅਮਾਨਤ ਨੂੰ ਖਿਆਨਤ ਨਹੀਂ ਕਰਨੀ, ਜੋ ਮੈਂ ਦੇਣਾ ਉਹ ਵੰਡ ਦਿਓ ਸੰਗਤ। ਹੁਣ ਜੇ ਇਹਦੇ ਚ ਲਾਈਏ ਸਭਰੋਲ ਸਾਹਿਬ, ਇਹ ਤਾਂ ਸੀਗਾ ਤੁਹਾਡਾ ਨਿਸ਼ਚੇ, ਤੇ ਹੁਣ ਆਖਰਕਾਰ ਜੇ ਦੇਖੀਏ ਕਿ ਇਹ ਜਿੰਨੀ ਵੀ ਮੈਡੀਸਨ ਹੈਗੀ ਆ, ਉਦੋਂ ਤਾਂ ਖੈਰ ਸ਼ੁਰੂਆਤੀ ਤੌਰ ਜਿਵੇਂ ਮੈਂ ਗੱਲ ਕਰੀਏ ਬੜੀ ਥੋੜਾ ਸੀ, ਹੁਣ ਤਾਂ ਬਹੁਤ ਵੱਡਾ ਜੇ ਕਹੀਏ ਕਿ ਇੱਕ ਕੁਆਂਟੀਟੀ ਦੇ ਵਿੱਚ ਵੀ ਤੇ ਕਪੈਸਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀ ਆ। ਫਿਰ ਇਹ ਚੀਜ਼ਾਂ ਕਿਵੇਂ ਪੋਸੀਬਲ ਕਰਦੇ ਹੋ ਕਿ ਆਖਰਕਾਰ ਕਿੰਨੇ % ਕਿਹੜੀ ਦੇਣੀ ਹੈ, ਕਿੰਨੇ ਦੇਣੀ ਹੈ, ਕਿਉਂਕਿ ਹਰੇਕ ਮੈਡੀਸਨ ਦੇ ਤਾਂ ਕਹਿੰਦੇ ਵੀ ਰੇਟ ਅਲੱਗ-ਅਲੱਗ ਨੇ ਤੇ ਉਹਨਾਂ ਦੀ ਪਰਸੈਂਟੇਜ ਵੀ ਅਲੱਗ-ਅਲੱਗ। ਨਹੀਂ ਇਸ ਤਰ੍ਹਾਂ ਜੀ, ਪਿੱਛੋਂ ਹੀ ਕੰਪਨੀਆਂ ਜਿਹੜੀਆਂ ਹੁੰਦੀਆਂ ਨਾ, 2 ਟਾਈਪ ਦੀਆਂ ਮੈਡੀਸਨ ਹੁੰਦੀਆਂ, ਇੱਕ ਬ੍ਰਾਂਡਡ ਐਥੀਕਲ ਮੈਡੀਸਨ, ਇੱਕ ਜੈਨਰਿਕ ਮੈਡੀਸਨ। ਬ੍ਰਾਂਡਡ ਮੈਡੀਸਨ ਉਹ ਹੁੰਦੀ ਹੈ ਜਿਹੜੀ ਵੱਡੀਆਂ ਕੰਪਨੀਆਂ, ਸਨ ਫਾਰਮਾ, ਟੋਰੈਂਟ ਹੋ ਗਈ, ਰੈਨਬੈਕਸੀ ਹੋ ਗਈ, ਇਹ ਕੰਪਨੀਆਂ ਬਣਾਉਂਦੀਆਂ ਨੇ, ਕਰੋੜਾਂ ਅਰਬਾਂ ਰੁਪਏ ਦੇ ਇਕਵਿਪਮੈਂਟ ਤੇ ਸਾਰਾ ਕੁਝ। ਤੇ ਉਹ ਦਵਾਈਆਂ ਸਾਰੀਆਂ ਜਿਹੜੀਆਂ ਨਾ ਥਰੂ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੇ ਆਉਂਦੀਆਂ ਨੇ, ਉਹ ਐਥੀਕਲ ਮੈਡੀਸਨਸ ਹੁੰਦੀਆਂ ਨੇ। ਉਹਦੇ ਤੇ ਜਿਹੜਾ ਹੈਗਾ ਉਹਦੇ ਤੇ ਅਸੀਂ 25% ਦਿੰਦੇ। ਇੱਕ ਹੁੰਦਾ ਸਿੱਧਾ ਕੰਪਨੀਆਂ ਜਿਹੜੀਆਂ ਨੇ ਮੈਨੂਫੈਕਚਰ ਕਰਕੇ ਮਾਰਕੀਟ ਵਿੱਚ ਦੇ ਦਿੰਦੇ, ਫਲੋਟ ਕਰਦੇ, ਉਹਦੇ ਤੇ ਅਸੀਂ 60% ਲੋਕਾਂ ਨੂੰ ਦਿੰਦੇ। ਪਿੱਛੋਂ ਜਿਸ ਹਿਸਾਬ ਨਾਲ ਜਿਹੜੀ ਜੈਨਿਕ ਰੇਟ ਤੇ ਆਉਂਦੀ, ਅਸੀਂ ਉਹਨੂੰ ਫਿਕਸ ਕੀਤੇ ਹੋਏ ਕੰਪਿਊਟਰ ਤੇ, ਪ੍ਰਾਈਸ ਫਿਕਸ ਨੇ, ਕੋਈ ਵੀ ਚੀਜ਼ ਗੜਬੜ ਨਹੀਂ ਹੁੰਦੀ, ਕਿਉਂਕਿ ਨਾਲ ਵੀ ਲੱਗ ਨਹੀਂ ਸਕਦਾ ਰੇਟ। ਨਾ ਉਹ ਕੰਪਨੀਆਂ ਸਾਡੇ ਬਿੱਲ ਦੇ ਕੇ ਲੱਗ ਜਾਂਦੇ ਵੀ ਐਥੀਕਲ ਮਾਲ ਆਇਆ ਹੋਇਆ, ਸਾਨੂੰ ਕਿੰਨੇ %, 20 ਤੇ ਆਇਆ ਤੇ 25 ਲਾ ਦਿਓ। ਇਸੇ ਤਰ੍ਹਾਂ ਦੂਜੇ ਤੇ ਜੈਨਿਕ ਤੇ ਉਹ ਲਾ ਦਿਓ। ਹੁਣ ਤਾਂ ਜਿਹੜੀਆਂ 15-18 ਬ੍ਰਾਂਡਡ ਕੰਪਨੀਆਂ ਐਥੀਕਲ, ਉਹਨਾਂ ਨੇ ਵੀ ਜੈਨਿਕ ਮਾਲ ਕੱਢਤਾ ਆਪਣਾ ਸਾਰਾ। ਉਹਨਾਂ ਨੇ 2 ਡਿਵੀਜ਼ਨ ਬਣਾ ਲਈਆਂ, ਇੱਕ ਡਾਕਟਰ ਦੇ ਥਰੂ ਦੇ ਦਿੰਦੇ ਆ, ਇੱਕ ਉਹ ਸਿੱਧਾ ਮਾਰਕੀਟ ਹੀ ਛੱਡ ਦਿੰਦੇ। ਸੋ ਤੇ ਫਿਰ ਲੋਕਾਂ ਦਾ ਜੇ ਕਹੀਏ ਕਿ ਕਿੰਨਾ ਕੁ ਪਿਆਰ, ਜਿਵੇਂ ਤੁਸੀਂ ਦੱਸਿਆ ਵੀ ਕਹਿੰਦੇ ਨਾਰਥ ਇੰਡੀਆ ਦੀ ਵੱਡੀ ਜਿਹੜੀ ਹੈਗੀ ਇੱਕ ਨੂੰ ਹੱਟੀ ਕਹਿ ਸਕਦੇ ਆ ਗੁਰੂ ਨਾਨਕ ਜੀ ਦੀ, ਪਰ ਗੁਰੂ ਨਾਨਕ ਜੀ ਦੀ ਹੱਟੀ ਨੂੰ ਕਦੇ ਇਹ ਤਾਂ ਨਹੀਂ ਸਾਹਮਣਾ ਕਰਨਾ ਪਿਆ ਵੀ ਕਿਤੇ ਤੋੜ ਪੈ ਗਈ ਹੋਵੇ? ਨਹੀਂ ਜੇ ਗੁਰੂ ਨਾਨਕ ਦੇ ਘਰ ਤੋੜ ਪੈ ਗਈ ਤੇ ਫਿਰ ਵਾਧਾ ਕਿੱਥੇ ਹੋਵੇਗਾ? ਤੇ ਤੁਸੀਂ ਆਪ ਦੇਖ ਲਓ, ਅੱਜ ਸਾਨੂੰ ਮਾਣ ਹੈ ਗੁਰੂ ਨਾਨਕ ਸਾਹਿਬ ਦੇ 35,000 ਤੋਂ ਉੱਤੇ ਮੈਡੀਸਨ ਸਾਡੇ ਕੋਲ ਹੈ। ਔਰ ਤੁਸੀਂ ਜਿਵੇਂ ਇਹ ਆ ਕੇ ਦੇਖ ਰਹੇ ਹੋ, ਹਰ ਟਾਈਮ ਸਵੇਰੇ ਖੋਲ੍ਹਣ ਤੋਂ, ਜਦੋਂ ਅਸੀਂ ਖੋਲ੍ਹਦੇ ਹਾਂ ਤੇ ਬਾਹਰ ਲਾਈਨ ਲਾ ਕੇ ਸੰਗਤ ਖੜੀ ਹੁੰਦੀ ਹੈ, ਤੇ ਸ਼ਾਮ ਨੂੰ 8 ਵਜੇ ਬੜੀ ਔਖੀ ਬੰਦ ਕਰਦੇ ਹਾਂ ਅਸੀਂ। ਤੇ ਪੂਰਾ ਪਿਆਰ ਹੈ ਸੰਗਤ ਦਾ, ਖਜ਼ਾਨੇ ਗੁਰੂ ਨਾਨਕ ਦੇ ਭਰੇ ਹੋਏ ਨੇ, ਤੇ ਗੁਰੂ ਨਾਨਕ ਨੇ ਸਾਨੂੰ ਵੀ ਦਲੇਰੀ ਦਿੱਤੀ, ਵੰਡ ਦਿਓ। ਤੇ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ, ਸਾਡੇ ਕੋਈ ਵੀ ਗੁਰਪੁਰਬ, ਗੁਰੂਆਂ ਦਾ ਸਥਾਨ, ਸਾਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ, ਅਸੀਂ ਸਾਨੂੰ ਗੁਰੂ ਨਾਨਕ ਨੇ ਇੱਕ ਚੀਜ਼ ਸਮਝਾਈ ਹੈ ਵੀ ਤੁਸੀਂ ਸੜਕ ਤੇ ਖੜੇ ਹੋ ਕੇ ਬ੍ਰੈਡ ਪੜੋਗੇ, ਜਲੇਬੀਆਂ, ਇਹ ਲੰਗਰ ਨਹੀਂ ਲਾਣੇ। ਤੁਸੀਂ ਲੰਗਰ ਲਾਓ, ਦਵਾਈਆਂ ਦੇ ਲਾ ਲਓ, ਆਪਰੇਸ਼ਨਾਂ ਦਾ ਲਾ ਲਓ। ਸਾਡਾ ਹੁਣ 20 ਤਰੀਕ ਤੋਂ 30 ਤੱਕ ਸਾਡਾ ਜਿਹੜਾ 13 ਹਸਪੀਟਲ 26 ਸੈਕਟਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅਸੀਂ ਪ੍ਰਣਾਮ ਕਰਨ ਵਾਸਤੇ 113 ਆਪਰੇਸ਼ਨ ਅਸੀਂ ਫ੍ਰੀ ਰੱਖੇ ਆ, ਜਿਹਦੇ ਗਾਲ ਬਲੈਡਰ ਸਟੋਨ, ਕਿਡਨੀ ਸਟੋਨ, ਯੂਟਰਸ, ਇਹ ਆਪਰੇਸ਼ਨ ਫ੍ਰੀ ਹੋ ਰਹੇ ਆ ਉੱਥੇ ਸਾਡੇ 26 ਵਾਲੇ 30 ਤਰੀਕ ਤੱਕ ਚੱਲਣੇ। ਹੁਣ ਕੱਲ ਦਸ਼ਮੇਸ਼ ਪਿਤਾ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
ਜਿਨ੍ਹਾਂ ਨੇ ਆਪਣਾ ਸਰਬਸ ਜਿਹੜਾ ਸਾਡੇ ਤੇ ਕੁਰਬਾਨ ਕੀਤਾ, ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਤੇ ਸਾਡੇ ਮਨ ਵਿੱਚ ਵਿਚਾਰ ਸਾਡੇ ਪਿਤਾ ਜੀ ਦਾ ਪ੍ਰਕਾਸ਼ ਪੁਰਬ ਹੈ। ਤੇ ਅਸੀਂ ਇੱਥੇ ਵੀ ਕੱਲ ਇੱਕ ਤਾਂ 3% ਹੋਰ ਐਕਸਟਰਾ ਦੇ ਰਹੇ ਹਾਂ। ਅੱਛਾ। ਤੇ ਜਿਹੜਾ 25% ਦਿੰਦੇ ਆ ਉਹ 28% ਕੱਲ ਦੇਵਾਂਗੇ ਤੇ 60% ਦਾ 63% ਦੇਵਾਂਗੇ। ਉਸ ਤੋਂ ਇਲਾਵਾ ਜਿਹੜੇ ਵੀ ਸੰਗਤ ਇੱਥੇ ਆਏਗੀ 5000 10000 15000 ਤੱਕ ਦੀਆਂ ਦਵਾਈਆਂ ਲੈਣਗੇ, ਉਹਨਾਂ ਨੂੰ ਗਿਫਟ ਦਿੱਤੇ ਜਾਣਗੇ ਇੱਥੇ। ਤੇ ਗਿਫਟ ਦੇਵੋਗੇ ਤੁਸੀਂ ਸਸਤੀ ਚੀਜ਼ ਦੇ ਕੇ? ਉਹਦੇ ਵਿੱਚ ਘੜੀਆਂ ਵੀ ਨੇ, ਉਹਦੇ 'ਚ ਪੈਨ ਸੈੱਟ ਵੀ ਨੇ, ਉਹਦੇ 'ਚ 1500 ਰੁਪਏ ਦੀ ਜੈਕਟ ਵੀ ਹੈ ਤੇ ਬਲੈਂਕਟਸ ਵੀ ਨੇ, ਉਹ ਵੀ ਦੇਵਾਂਗੇ ਨਾਲ। ਜਿੰਨਾ ਵੀ ਸੰਗਤ ਹੈ ਇੱਥੇ ਕਿ ਉਹਨਾਂ ਦਾ ਮੂੰਹ ਵੀ ਮਿੱਠਾ ਕਰਾਵਾਂਗੇ ਤੇ ਕਾਫੀ ਵੀ ਪਿਲਾਵਾਂਗੇ ਗੁਰੂ ਨਾਨਕ ਦੇ ਘਰ 'ਚ। ਇਹ ਕਹਿ ਸਕਦੇ ਆ ਕਿ ਆਖਰ ਇੱਕ ਪਾਸੇ ਤਾਂ ਉਹ ਵੀ ਜਨਤਾ ਹੈਗੀ ਆ, ਦੇਖੋ ਇਹ 'ਚ ਵੀ 2-3 ਕੈਟਾਗਰੀਆਂ ਬਣ ਗਈਆਂ ਨੇ ਹੁਣ। ਇੱਕ ਤਾਂ ਉਹ ਨੇ ਜਿਨ੍ਹਾਂ ਨੇ ਬਿਲਕੁਲ ਹੀ ਲੱਕ ਵੱਢਿਆ ਹੋਇਆ ਵੀ ਆਪਾਂ ਜਿਵੇਂ ਲੁੱਟ ਵਾਲਾ ਹੀ ਛੁਰਾ ਰੱਖਿਆ ਹੋਇਆ ਵੀ ਆਪਾਂ ਨੂੰ ਲੁੱਟਣਾ ਹੀ ਆ ਲੋਕਾਂ ਨੂੰ। ਦੂਜੇ ਪਾਸੇ ਇਹ ਆ ਜਿਹੜੀ ਤੁਸੀਂ ਕਹਿੰਦੇ ਹੋ ਵੀ ਜਿਨ੍ਹਾਂ ਨੇ ਘਰ ਪਰਿਵਾਰ ਚਲਾਉਣੇ ਨੇ, ਗ੍ਰਸਤੀ ਚਲਾਉਣੀ ਆ, ਉਹ ਆਪਦਾ ਠੀਕ ਹੋ ਕਰਦੇ ਨੇ। ਤੀਸਰੇ ਆ ਗਏ ਤੁਸੀਂ ਕਿ ਜਿਨ੍ਹਾਂ ਨੇ ਕਿਹਾ ਹੋਇਆ ਵੀ ਖਜ਼ਾਨੇ ਖੁੱਲ੍ਹੇ ਨੇ, ਅਸੀਂ ਅੱਗੇ ਲੋਕਾਂ ਦੇ ਵਿੱਚ ਹੀ ਵੰਡਣੇ ਨੇ। ਇਹਦੇ ਨਾਲ ਕਿੰਨਾ ਕੁ ਲੱਗਦਾ ਕਿ ਕਿਉਂਕਿ ਇਹ ਹਿੱਸਾ ਬਣ ਗਈ ਦਵਾਈ, ਮੈਡੀਸਨ ਤਾਂ ਇੱਕ ਹਿੱਸਾ ਬਣ ਗਈ ਜ਼ਿੰਦਗੀ ਦਾ, ਲੋਕਾਂ ਨਾਲ ਜੇ ਕਹੀਏ ਕਿ ਉਹੀ ਜਿਵੇਂ ਤੁਸੀਂ ਕਿਹਾ ਪਕੌੜੇ ਦਾ, ਰੋਟੀ ਪਾਣੀ ਦਾ, ਉਹਦੇ ਨਾਲ ਜੇ ਦੇਖਿਆ ਜਾਵੇ ਇਹ ਕਿੰਨੀਆਂ ਕੁ ਚੀਜ਼ਾਂ ਦੀ ਲੋੜ ਸਮਝਦੇ ਵੀ ਸੀ ਅਸਲੀ ਵੀ ਪਹਿਲਾਂ ਘੱਟ ਮਹਿਸੂਸ ਹੁੰਦੀ ਸੀ? ਨਹੀਂ ਦੇਖੋ, ਅੱਜ ਦੀ ਡੇਟ ਵਿੱਚ ਪਤਾ ਕੀ ਹੈ, ਤੁਹਾਡਾ ਰੋਟੀ ਬਿਨਾਂ ਗੁਜ਼ਾਰਾ ਚੱਲ ਜਾਂਦਾ, ਦਵਾਈ ਬਿਨਾਂ ਨਹੀਂ ਚੱਲਦਾ। ਔਰ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਇਹੋ ਜਿਹਾ ਜਿਹੜਾ 5-7 ਗੋਲੀਆਂ ਨਾ ਖਾਂਦਾ ਹੋਵੇ, ਇਹਦੇ ਬਿਨਾਂ ਨਹੀਂ ਚੱਲ ਸਕਦਾ। ਤੇ ਇੱਕ ਇਹ ਬਹੁਤ ਵੱਡੀ ਰਾਹਤ ਜਿਹੜੀ ਹੈ ਇਸ ਗੁਰੂ ਨਾਨਕ ਦੇ ਘਰ ਵਿੱਚ ਲੋਕਾਂ ਨੂੰ ਇਹ ਜਿਹੜੀ ਮਿਲੀ ਹੈ, ਔਰ ਉਹਦਾ ਮਾਣ ਗੁਰੂ ਨਾਨਕ ਸਾਹਿਬ ਨੇ ਸਾਨੂੰ ਪਰਿਵਾਰ ਨੂੰ ਦਿੱਤਾ ਹੈ। ਤੇ ਗੁਰੂ ਨਾਨਕ ਸਾਹਿਬ ਦੀ ਉਹਨਾਂ ਨੇ ਮਾਣ ਸਾਨੂੰ ਦਿੱਤਾ, ਵੰਡੋ ਤੁਸੀਂ। ਤੋ ਇੱਕ ਰਾਹਤ ਹੈ ਉਹ ਲੋਕ ਇੱਕ ਇਹਦੇ ਵਿੱਚ। ਦੂਜਾ ਜਿਹੜੇ ਆਪਰੇਸ਼ਨ ਨੇ ਉਹਨਾਂ 'ਚ ਜਿਹੜੇ ਡਾਕਟਰਸ ਨੇ ਟ੍ਰੀਟਮੈਂਟ ਸਾਰਿਆਂ ਦੇ ਵਿੱਚ ਇੱਕ 13 ਮਿਸ਼ਨ ਗੁਰੂ ਨਾਨਕ ਨੇ ਬੜਾ ਪਿਆਰ ਸਤਿਕਾਰ ਸਾਨੂੰ ਦਿੱਤਾ। ਤੇ ਇੱਕ ਚੀਜ਼ ਹੋਰ ਮੈਂ ਸਾਂਝੀ ਕਰਾਂ ਵੀ ਹੋਰ 2 ਮਹੀਨੇ ਦੇ ਅਸੀਂ ਚੰਡੀਗੜ੍ਹ ਦੇ ਵਿੱਚ 50 ਬੈੱਡ ਦਾ ਇੱਕ ਹਸਪੀਟਲ ਲੈ ਕੇ ਆ ਰਹੇ ਹਾਂ, ਫੁੱਲ ਫਲੈਜ 13 ਹਸਪੀਟਲ। ਡਾਕਟਰ ਨਾਲ ਆਊਟ ਹੋ ਜਾਣਾ? ਨਹੀਂ ਹੁਣ ਕੀ ਹੋਣਾ, ਕੁਛ ਨਹੀਂ ਸਮਝ ਚੁੱਕੇ ਨੇ। ਨਹੀਂ ਉਹ ਕੋਈ ਗੱਲ ਨਹੀਂ। ਅਸੀਂ ਗੁਰੂ ਕਾ ਲੰਗਰ ਸਾਡਾ ਹਸਪਤਾਲ ਚੱਲਦਾ, 1000 ਪੇਸ਼ੈਂਟ ਰੋਜ਼ ਆ ਰਿਹਾ ਜੀ ਉੱਥੇ ਅੱਖਾਂ ਦਾ 18। ਉਹ ਕੋਈ ਗੱਲ ਨਹੀਂ। ਜੇ ਇਹਨਾਂ ਨੂੰ ਸਾਡੇ ਦਰਦ ਇਹ ਵੀ ਗਰੀਬਾਂ ਦਾ ਫ੍ਰੀ ਕਰਨਾ ਸ਼ੁਰੂ ਕਰ ਦੇਣ। ਮੇਨ ਤਾਂ ਮਕਸਦ ਹੈ ਨਾ, ਲੋੜਵੰਦ ਗਰੀਬ ਪਰਿਵਾਰ ਦਾ ਇਲਾਜ ਹੋਵੇ, ਚਾਹੇ ਸਰਕਾਰੀ ਸੰਸਥਾ 'ਚ ਹੋਵੇ ਚਾਹੇ ਪ੍ਰਾਈਵੇਟ 'ਚ ਹੋਵੇ, ਉਹਨਾਂ ਦਾ ਹੋਣਾ ਚਾਹੀਦਾ। ਜੇ ਇਹ ਨਹੀਂ ਕਰ ਰਹੇ ਉਹ ਵਿਚਾਰਿਆਂ ਨੂੰ ਕੋਈ ਤਾਂ ਸਹਾਰਾ ਗੁਰੂ ਨਾਨਕ ਦੇ ਘਰ ਤੋਂ ਜਿਹੜਾ 1 ਵਜੇ ਉੱਥੋਂ ਤੇ ਵਾਪਸ ਕੋਈ ਨਹੀਂ ਜਾਂਦਾ। ਪਰ ਇੱਕ ਚੀਜ਼ ਹੋਰ ਦੱਸੋ, ਇਹ ਤਾਂ ਠੀਕ ਹੈ ਕਿ ਆਖਰਕਾਰ ਜਿਵੇਂ ਨਾਲ ਸੰਗਤ ਵੀ ਸੇਵਾ ਕਰਦੀ, ਜਿਵੇਂ ਨਾਲ ਸਰਦਾਰ ਸਾਹਿਬ ਖੜੇ ਨੇ, ਇਹ ਜਿਹੇ ਹੋਰ ਬਥੇਰੇ ਤੁਹਾਡੀਆਂ ਬਾਜੂਆਂ ਹੋਣਗੀਆਂ, ਪਰ ਉਹਦੇ ਨਾਲ ਜੇ ਕਹੀਏ ਕਿ ਇਹਨਾਂ ਬਾਹਾਂ ਦੇ ਨਾਲ ਉਹ ਜੈਨੂਨ ਤੌਰ ਤੇ ਤੁਸੀਂ ਦੇਖਿਆ ਵੀ ਆਖਰ ਜੇ ਤੁਸੀਂ ਇਹ ਦੇ ਰਹੇ ਹੋ, ਜਿੰਨਾ ਤੁਸੀਂ ਦੇਖਿਆ ਵੀ ਛੂਟ ਦੇ ਰਹੇ ਹੈਗੇ ਹੋ ਜਾਂ ਕਹੀਏ ਕਿ ਲੈਸ ਦੇ ਰਹੇ ਹੋ, ਇਹਦੇ ਨਾਲ ਆਲ ਓਵਰ ਘਾਟਾ ਪੈਂਦਾ? ਮੈਨੂੰ ਤਾਂ ਨਹੀਂ ਲੱਗਦਾ। ਅਸੀਂ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਤੇ ਆ। ਤੁਸੀਂ ਇੱਕ ਚੀਜ਼ ਦੇਖੋ, ਅਸੀਂ ਅੱਜ ਤੱਕ ਸਾਨੂੰ 1.5 ਸਾਲ ਤੋਂ ਉੱਤੇ ਹੋ ਗਿਆ ਇਹ ਦੁਕਾਨ ਨੂੰ, ਅਸੀਂ ਅੱਜ ਤੱਕ ਕੰਪਿਊਟਰ ਦੇ ਨਾਲ ਟੈਲੀ ਨਹੀਂ ਕੀਤਾ। ਔਰ ਸਾਨੂੰ ਇਹ ਪਤਾ ਸੀ ਚੜ੍ਹਦੀ ਕਲਾ 'ਚ ਜੇ 10 ਬੰਦੇ ਆ ਕੇ ਬਲੈਸਿੰਗਸ ਦੇ ਜਾਂਦੇ ਨਾ, ਅਸੀਂ ਅਰਬਾਂ ਪਤੀਆਂ ਕਰੋੜਾਂ ਪਤੀ ਨਹੀਂ। ਉਹਨਾਂ ਦੀ ਬਲੈਸਿੰਗ ਮਿਲਦੀ ਨਹੀਂ ਅੱਜ ਕੱਲ੍ਹ ਪੈਸੇ ਨਾਲ, ਨਹੀਂ ਮਿਲਦੀ। ਸਾਡੇ ਕੰਮ ਬਿਨਾਂ ਪੈਸੇ ਤੋਂ ਇੰਨੇ ਹੋ ਜਾਂਦੇ, ਲੋਕਾਂ ਦੇ ਕਰੋੜਾਂ ਖਰਚ ਕੇ ਨਹੀਂ ਹੁੰਦੇ। ਕਿਉਂਕਿ ਮੈਂ ਤੁਹਾਡੇ ਦੇਖਿਆ ਵੀ ਚਾਹੇ ਜੇ ਕਿ ਇੱਕ ਤਾਂ ਇਹ ਹੁੰਦਾ ਵੀ ਚਲੋ ਸੇਵਾ ਕਰ ਰਹੇ ਹੋ, ਉਹ 'ਚ ਬਹੁਤ ਸਾਰੀ ਚੀਜ਼ਾਂ ਦੀ ਹੋ ਸਕਦਾ ਘਾਟ ਹੋਵੇ। ਕੰਪਿਊਟਰ ਤੁਹਾਡੇ ਹੈਗੇ ਨੇ, ਪੂਰਾ ਵੈਲ ਫਰਨਿਸ਼ਡ ਸਿਸਟਮ ਸਾਰਾ ਹੈਗਾ। ਜੇ ਕਹੀਏ ਗਰਮੀਆਂ 'ਚ ਏਸੀਆਂ ਦੀ ਪੂਰੀ ਸੁਵਿਧਾ ਹੈਗੀ ਆ, ਫਰਿੱਜ ਹੈਗੇ ਨੇ, ਯਾਨੀ ਕਿ ਘਾਟ ਕਿਸੇ ਪਾਸੇ ਹੋਰ ਹੈ ਨਹੀਂ। ਨਹੀਂ ਦੇਖੋ ਪਤਾ ਕੀ ਹੈ, ਅਗਰ ਜੇ ਸੇਵਾ ਗੁਰੂ ਨਾਨਕ ਦਿੱਤੀ ਹੈ ਔਰ ਗੁਰੂ ਨਾਨਕ ਤੁਹਾਡੇ ਕੋਲੋਂ ਇਮਾਨਦਾਰੀ ਤੇ ਡੈਡੀਕੇਸ਼ਨ ਨਾਲ ਕਰਾਉਂਦਾ, ਤੇ ਫਿਰ ਮੁੜ ਕੇ ਤੇ ਜਿਹੜੀ ਇੱਕ 20 ਰੁਪਏ ਦੀ FD ਗੁਰੂ ਨਾਨਕ ਸਾਹਿਬ ਕਰਾ ਗਏ, ਉਹਦੇ ਵਿੱਚ ਫਿਰ ਤੁਹਾਡਾ ਲਿੰਕ ਜੋੜ ਦਿੰਦੇ ਵੀ ਤੁਹਾਨੂੰ ਜਿੰਨੇ ਲੋੜ ਦੇ ਲਈ ਚਲੋ। ਸ਼ੁਰੂ ਟੈਸਟਿੰਗ ਹੁੰਦੀ ਹੈ ਵੀ ਇਹਨਾਂ ਥੋੜ੍ਹੇ ਪੈਸੇ ਦਿਓ, ਛੋਟਾ ਪ੍ਰੋਜੈਕਟ ਦਿਓ, ਇਹ ਕਰਦੇ ਆ, ਘੇਰਾ ਫੇਰੀ ਕਰਦੇ ਆ, ਜਿਵੇਂ ਸਿਸਟਮ ਚੱਲਦੇ ਆ ਅੱਜ ਵੀ ਉਹ ਕਰਦੇ ਨੇ। ਅਲਟੀਮੇਟਲੀ ਜਦ ਗੁਰੂ ਸਾਹਿਬ ਟੁੱਟ ਜਾਂਦੇ ਨੇ, ਕਹਿੰਦੇ ਪੁੱਤਰ ਹੁਣ ਤੁਸੀਂ 20 ਵਾਲੀ FD ਡਾਇਰੈਕਟ ਹੀ ਲਾ ਲਓ ਨਾਲ, ਜਿੰਨੇ ਯੋਗ ਸਮਝੋ ਲੋੜਵੰਦਾਂ ਵਾਸਤੇ ਸਮਝੋ, ਕੱਢੀ ਜਾਓ ਤੇ ਵੰਡੀ ਜਾਓ। ਇਹਦੇ 'ਚ ਜਿਵੇਂ ਹੁਣ ਆਮ ਤੌਰ ਤੇ ਦੇਖਦੇ ਹਾਂ ਜੀ ਅਸੀਂ, ਜਿਹੜੀ ਕਈ ਬੜੀਆਂ ਗੰਭੀਰ ਬਿਮਾਰੀਆਂ ਨੇਗੀਆਂ, ਕਿਸੇ ਦਾ ਕੋਈ ਹਾਰਟ ਦਾ ਆਪਰੇਸ਼ਨ ਹੋਇਆ ਜਾਂ ਕਹੀਏ ਕਿ ਸ਼ੂਗਰ ਦੀ ਵੀ ਖੈਰ ਸਸਤੀ ਨਹੀਂ, ਕੈਂਸਰ ਪੇਸ਼ੈਂਟਸ ਨੇਗੇ, ਸਭ ਤੋਂ ਜ਼ਿਆਦਾ ਜੇ ਕਿਹਾ ਜਾਵੇ ਉਹਨਾਂ ਤੇ ਮਾਰ ਪੈਂਦੀ ਹੈ ਕਿ ਮਹਿੰਗੀ ਮੈਡੀਸਨ ਬਹੁਤ ਹੁੰਦੀ ਹੈ। ਫਿਰ ਮੈਡੀਸਨ ਦਾ ਕੋਈ ਕ੍ਰਾਈਟੇਰੀਆ ਰੱਖਿਆ ਜਾਂ ਸਾਰੇ ਤਰ੍ਹਾਂ ਦੀਆਂ ਮਿਲਦੀ ਹੈ ਵੀ ਚਾਹੇ ਕੈਂਸਰ ਵਾਲਾ ਆ ਜੇ? ਨਹੀਂ ਸਾਰਿਆਂ ਨੂੰ ਮਿਲਦੀ। ਔਰ ਇੱਕ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ, ਅਸੀਂ ਇੱਥੇ ਪਹਿਲੇ ਦਿਨ ਰੱਖਿਆ ਸੀ ਹਿਸਾਬ ਤਾਂ 32 ਸੈਕਟਰ ਤੇ PGI ਦੇ ਕੈਂਸਰ ਪੇਸ਼ੈਂਟ ਹੁੰਦੇ, ਔਰ ਜਿਹੜਾ ਦੇ ਉੱਥੇ ਪੂਰ ਫ੍ਰੀ ਦੀ ਸਟੈਂਪ ਲੱਗੀ ਹੁੰਦੀ ਵੀ ਉਹਨਾਂ ਕੋਲ ਪੈਸਾ ਕੋਈ ਨਹੀਂ ਹੈਗਾ। ਅਸੀਂ 1 ਲੱਖ ਰੁਪਇਆ ਮਹੀਨੇ ਦਾ ਬਣਿਆ, 1 ਲੱਖ ਰੁਪਏ ਦੀ ਦਵਾਈ ਅਸੀਂ ਫ੍ਰੀ ਆਫ ਕਾਸਟ ਹਰ ਮਹੀਨੇ ਜਿਹੜੀ ਗੁਰੂ ਨਾਨਕ ਦੇ ਖਾਤੇ 'ਚੋਂ ਦਿੰਦੇ। ਜਿਹੜੇ ਪੇਸ਼ੈਂਟਸ ਆਉਂਦੇ ਨੇਗੇ, ਜਿਹੜੇ ਕੀਮੋ ਲੈਣ ਆਉਂਦੇ ਆ, ਦਵਾਈਆਂ ਲੈਣ ਆਉਂਦੇ ਆ, ਅਸੀਂ ਮਨਾ ਨਹੀਂ ਕਰਦੇ ਕਿਸੇ ਨੂੰ। ਵੀ ਉਹਦੇ ਕੋਲ ਪੈਸੇ ਹੈ ਜਾਂ ਨਹੀਂ ਹੈ? ਨਹੀਂ ਉਹ ਜਿਹੜਾ ਪੂਰ ਫ੍ਰੀ ਅਸੀਂ ਫ੍ਰੀ ਦੇ ਦੇਣੀ ਉਹਨੂੰ।
ਅੱਛਾ, ਉਹ ਤਾਂ ਪੈਸੇ ਮੰਗਣੀ ਨਹੀਂ ਤੁਸੀਂ। ਕਿਉਂ ਲੈਣੇ? ਸਾਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਵੰਡ ਦਿਓ, ਫਿਰ ਕਿਉਂ ਲੈਣੇ ਵਿਚਾਰੇ? ਵੈਸੇ ਇਹ ਸਾਰੀਆਂ ਚੀਜ਼ਾਂ ਜਦੋਂ ਦੇਖਦੇ ਆ ਸਬਰੋਲ ਸਾਹਿਬ ਬੜਾ ਜਿਹੜਾ ਕਿ ਇਹ ਔਚਕ ਜਿਹਾ ਲੱਗਦਾ ਹੈ। ਉਹ ਇਹ ਖਾਸ ਗੱਲ ਹੁਣ ਮੈਂ ਵੀ ਤੁਹਾਡੇ ਨਾਲ ਤਾਂ ਹੀ ਗੱਲ ਕਰ ਰਿਹਾ, ਨਹੀਂ ਤਾਂ ਜੇ ਆਮ ਤੌਰ ਤੇ ਹੁੰਦੇ ਤਾਂ ਫਿਰ ਲੋੜ ਨਹੀਂ ਸੀਗੀ ਪੈਣੀ। ਤੁਸੀਂ ਸਮਝਦੇ ਹੋ ਵੀ ਜੇਕਰ ਉੱਠ ਕੇ ਕੋਈ ਇਹੋ ਜਿਹੀ ਸੇਵਾ ਕਰਨਾ ਚਾਹੁੰਦਾ ਤਾਂ ਉਹਨੂੰ ਘਾਟ ਕਿਸੇ ਚੀਜ਼ ਦੀ ਰਹਿੰਦੀ ਨਹੀਂ ਵੈਸੇ? ਨਹੀਂ, ਦੇਖੋ ਮੈਂ ਦੋ ਚੀਜ਼ਾਂ ਨੇ, ਇੱਕ ਤੁਹਾਡੀ ਇਮਾਨਦਾਰੀ, ਦੂਜੀ ਡੈਡੀਕੇਸ਼ਨ। ਇਹ ਵੀ ਅਗਰ ਗੁਰੂ ਨਾਨਕ ਤੁਹਾਡੀ ਬਣਾ ਕੇ ਰੱਖਦਾ ਤੇ ਫਿਰ ਤਾਂ ਕੋਈ ਚੱਕਰ, ਫਿਰ ਬਿਨਾਂ ਪੈਸੇ ਤੋਂ ਸੇਵਾ ਹੁੰਦੀ। ਲੋਕਾਂ ਦੀਆਂ ਪੈਸਿਆਂ ਨਾਲ ਨਹੀਂ ਹੁੰਦੀ। ਅਸੀਂ ਹੁਣ ਤੁਹਾਨੂੰ ਛੋਟੀ ਜੀ ਗੱਲ ਦੱਸੀ, ਗੁਰੂ ਨਾਨਕ ਸਾਹਿਬ ਸਾਨੂੰ 2 ਕਰੋੜ ਰੁਪਏ ਦੀ ਅਸੀਂ ਇੱਕ ਬੱਸ ਬਣਾਈ ਹੈ ਕੈਂਸਰ ਦੀ। ਸਾਨੂੰ ਮੈਂ ਪਰਸਨਲ ਸੋਚਦਾ ਸੀ ਸਾਡੀ ਔਕਾਤ ਨਹੀਂ ਹੈ ਵੀ 2 ਕਰੋੜ ਰੁਪਏ ਦੀ ਗੱਡੀ ਬਣਾਵਾਂਗੇ, ਔਰ ਜਦੋਂ ਬਣੀ ਫੁੱਲਾਂ ਦੀ ਤਰ੍ਹਾਂ ਬਣ ਗਈ। ਪਤਾ ਨਹੀਂ ਕਿੱਥੋਂ ਕਿਹੜੀ ਸੰਗਤ ਨੇ ਸਹਿਯੋਗ ਕਰਤਾ। ਲੈਂਜਰਸ ਕੰਪਨੀ ਵਾਲੇ ਇੰਨੇ ਤੁੱਠੇ। ਇੱਕ ਮੀਟਿੰਗ ਕੀਤੀ ਮੈਂ MD ਨਾਲ, ਤੇ ਮੈਨੂੰ ਕਹਿੰਦਾ ਦੱਸ ਕੀ ਚਾਹੀਦਾ। ਮੈਂ ਕਿਹਾ ਮੇਰਾ ਡ੍ਰੀਮ ਹੈ ਕਿ ਇੱਕ ਗੱਡੀ ਹੋਵੇ, ਘਰ ਘਰ ਜਾ ਕੇ ਲੇਡੀਜ਼ ਨੂੰ ਨਾ ਮੈਮੋਗ੍ਰਾਫੀ ਤੇ ਉਹ ਟੈਸਟ ਕਰਨਾ। ਕਹਿੰਦੇ ਜਾਂ ਫਿਰ ਅੱਜ ਤੋਂ ਮੈਮੋਗ੍ਰਾਫੀ ਦੀ 40 ਲੱਖ ਦੀ ਮਸ਼ੀਨ ਮੇਰੇ ਵੱਲੋਂ। ਉਹ ਇਵੇਂ ਬਣ ਗਿਆ। ਉਹ ਹੁਣ ਸਾਡੀ ਗੱਡੀ, ਲੋਕ ਵੀ ਹੈਗੇ ਨੇ ਜਿਹੜੇ ਸਾਥ ਦਿੰਦੇ। ਨਹੀਂ ਦੇਖੋ, ਚੰਗੇ ਦੁਨੀਆ ਹੈਗੀ, ਰੱਬ ਵਰਗੇ ਦੁਨੀਆ 'ਚ ਬੈਠੇ ਤੇ ਦੁਨੀਆ ਚੱਲਦੀ ਹੈ। ਔਰ ਅਜੇ ਪੁੰਨ ਹੈਗਾ, ਔਰ ਥੋੜੇ ਬੰਦੇ ਦੂਜੇ ਪਾਰ ਦੇ ਉਹਨਾਂ ਤੋਂ ਹਾਵੀ ਨੇ। ਅਸੀਂ ਕੋਵਿਡ 'ਚ ਦੇਖਿਆ, ਸੀ ਹਸਪਤਾਲ ਬਣਾਇਆ ਸੀ 50 ਬੈੱਡ ਦਾ। ਸਾਡੇ ਕੋਲ ਇਹ ਜਿਹੇ ਬੰਦੇ ਆਏ, ਰੱਬ ਵਰਗੇ ਬੰਦੇ। ਕਹਿੰਦੇ ਸਾਨੂੰ ਸੁਪਨਾ ਆਇਆ ਵੀ ਜੇ ਅੱਜ ਤਿਜੋਰੀ ਨਹੀਂ ਖੋਲੋਗੇ ਤਾਂ ਮੁੜ ਕੇ ਜੀਓਗੇ ਕਿ ਨਹੀਂ ਜੀਓਗੇ। ਇਹ ਤੁਹਾਨੂੰ ਮਿਲਿਆ ਸੀ ਤੁਸੀਂ ਆਕਸੀਜਨ ਦਾ, ਜਿਵੇਂ ਕਿ ਆਕਸੀਜਨ ਦਾ ਲੰਗਰ ਲਾਇਆ ਸੀ। ਆਕਸੀਜਨ ਦਾ ਵੀ ਨਹੀਂ, ਅਸੀਂ 23 ਸੈਕਟਰ ਬਾਲ ਪਾਉਣਾ ਸੀ, 50 ਬੈੱਡ ਦਾ ਹਸਪਤਾਲ ਬਣਾਇਆ ਸੀ ਇੱਥੇ, ਜਿਹੜਾ ਨੰਬਰ 1 ਤੇ ਬੜਾ ਨੈਸ਼ਨਲ ਲੈਵਲ ਤੇ ਅਵਾਰਡ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਵੀ ਸ਼ੁਰੂਆਤ ਤਾਂ ਕਰ ਲਈਏ, ਪਰ ਉਹਦੇ ਵਿੱਚੋਂ ਕਿਸੇ ਚੀਜ਼ ਦੀ ਘਾਟ ਨਾ ਰਹੇ, ਇਹ ਵੀ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਸਬਰੋਲ ਸਾਹਿਬ। ਜਿਵੇਂ ਹੁਣ ਤੁਹਾਡੇ ਜਿਹੜੇ ਵੀ ਜੇ ਕਹੀਏ ਕਿ ਇਹ ਚੱਲ ਰਹੀ ਹੈ ਸੇਵਾ ਦੀ ਥਾਵਾਂ, ਪ੍ਰੋਜੈਕਟਸ ਚੱਲ ਰਹੇ ਨੇਗੇ, ਉਹਨਾਂ 'ਚ ਮੈਨੂੰ ਇਹ ਨਹੀਂ ਲੱਗਦਾ ਕਿ ਵੀ ਕੋਈ ਇਹ ਹੋ ਗਿਆ ਹੋਵੇ ਵੀ ਜਰਾ ਇਹ ਇੱਥੇ ਚੱਲਿਆ ਨਹੀਂ ਜਾਂ ਉੱਥੇ ਲੋਕਾਂ ਨੇ ਵਿਸ਼ਵਾਸ ਨਹੀਂ ਦਿਖਾਇਆ, ਪਿੱਛੇ ਹਟ ਗਏ। ਉਹ ਸਾਰੇ ਸਕਸੈਸਫੁਲੀ ਉੱਥੇ ਭੀੜਾਂ ਹੀ ਦਿਖ ਰਹੀਆਂ ਨੇ। ਨਹੀਂ, ਉਹ ਰੀਜ਼ਨ ਹੈ ਉਹਦੇ ਵਿੱਚ। ਰੀਜ਼ਨ ਕੀ ਹੈ? ਇੱਕ ਤਾਂ ਪ੍ਰੋਜੈਕਟ ਹੁੰਦੇ ਅਸੀਂ ਚਲਾਉਂਦੇ ਹਾਂ, ਜਾਂ ਸੱਭਰਵਾਲ ਚਲਾ ਰਹੇ ਜਾਂ ਸਾਡੀ ਟੀਮ। ਸਾਡਾ ਕੋਈ ਪ੍ਰੋਜੈਕਟ ਅਸੀਂ ਨਹੀਂ ਚਲਾਉਂਦੇ। ਉਹ ਨਾਨਕ ਜੀ ਦੇ ਓਨਰ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੇ, ਉਹ ਗੁਰੂ ਨਾਨਕ ਸਾਹਿਬ ਦੀ ਕੋਈ ਚੀਜ਼ ਫੇਲ ਨਹੀਂ ਹੋ ਸਕਦੀ ਜਦ ਤੱਕ ਅਸੀਂ ਫੀਲਿੰਗ ਸਾਡੇ 'ਚ ਇਹ ਵੀ ਗੁਰੂ ਨਾਨਕ ਸਾਹਿਬ ਦੀ ਹੱਟੀ ਸਾਨੂੰ ਮਾਣ ਦਿੱਤਾ ਸਾਰਿਆਂ ਨੂੰ ਵੀ ਆਪਣੇ ਦਰ ਦੇ ਵਿੱਚ ਸਾਡੀ ਡਿਊਟੀ ਲਾਈ ਹੈ, ਤਾਂ ਤੱਕ ਚੜ੍ਹਦੀ ਕਲਾ। ਜਿਸ ਦਿਨ ਆਪਣੇ ਅਸੀਂ ਵੀ ਮੈਚ ਆ ਗਏ, ਫਿਰ ਬਾਕੀ ਆਂਗਣ ਸਾਡਾ ਵੀ ਹੋਈ ਹੈ ਹਿਸਾਬ ਦਾ। ਕੀ ਨਾਮ ਕੀ ਹੈ ਜੀ? ਮੈਂ ਕੈਪਟਨ DP ਸਿੰਘ। DP ਸਿੰਘ ਜੀ, ਬੜੀ ਦੂਰੋਂ ਦਵਾਈ ਲੈਣ ਵਾਸਤੇ ਆਏ ਹੋ ਉਰੇ। ਜੇ ਕਿਹਾ ਜਾਵੇ ਕਿ ਸੱਚਿਓ ਕੋਈ ਲੱਗਦਾ ਤੁਹਾਨੂੰ ਕਿ ਆਖਰ ਫਰਕ ਹੈਗਾ ਇਸ ਚੀਜ਼ ਦਾ? ਫਰਕ ਹੈਗਾ ਜੀ, ਇਹ ਜੈਨੂਇਨ ਦਵਾਈਆਂ ਇਹਨਾਂ ਕੋਲ ਸਾਰੀਆਂ। ਇਹ ਪ੍ਰੋਕਿਓਰ ਕਰਦੇ ਜਿੱਥੋਂ ਬੜੀ ਜੈਨੂਇਨ ਦਵਾਈਆਂ ਹੁੰਦੀਆਂ ਨੇ, ਤਾਂ ਹੀ ਲੋਕੀ ਇੰਨੀ ਦੂਰੋਂ ਆ ਕੇ ਇੱਥੋਂ ਦਵਾਈ ਲੈਂਦੇ ਨੇ। ਰੇਟ ਦਾ ਵੀ ਡਿਫਰੈਂਸ ਲੱਗਦਾ ਤੁਹਾਨੂੰ ਕਿ ਕਾਫੀ ਫਰਕ ਹੈ? ਬਹੁਤ ਦੇ ਗਿਵ ਲੋਟ ਆਫ ਡਿਸਕਾਊਂਟ, ਜ਼ਿਆਦਾ ਡਿਸਕਾਊਂਟ ਦਿੰਦੇ ਨੇ ਲੋਕਾਂ ਨੂੰ। ਪਰ ਐਕਚੁਅਲੀ ਜੋ ਹੈਗਾ ਇਟ ਇਜ਼ ਅ ਜੈਨੂਇਨਨੈਸ। ਦਵਾਈਆਂ ਇਹਨਾਂ ਦੀਆਂ ਅੱਛੀਆਂ ਨੇ, ਜੈਨੂਇਨ ਦਵਾਈਆਂ ਦਿੰਦੇ ਨੇ। ਬਾਕੀ ਬਾਹਰੋਂ ਤੁਸੀਂ ਲੋਕ ਕੋਈ ਪਤਾ ਨਹੀਂ, ਕਿਉਂਕਿ ਹੁਣੇ ਪਿੱਛੇ ਵੀ ਬੱਦੀ 'ਚ ਫੈਕਟਰੀ ਫੜੀ ਗਈ ਇੱਕ, ਜਿਹੜੀ ਵਿਟਾਮਿਨ ਬਣਾਉਂਦੀ ਸੀਗੀ ਕਸਲ, ਤੇ ਕੋਈ ਪਤਾ ਨਹੀਂ ਕਿੱਦਾਂ ਦੀ ਦਵਾਈਆਂ ਨੇ। ਯਾਨੀ ਕਿ ਵਿਸ਼ਵਾਸ, ਪੈਸਿਆਂ ਦੇ ਨਾਲ ਵਿਸ਼ਵਾਸ ਵੀ ਜ਼ਰੂਰੀ ਹੈ। ਵਿਸ਼ਵਾਸ ਬਹੁਤ ਜ਼ਰੂਰੀ ਹੈ ਜੀ। ਪੈਸਿਆਂ ਦੀ ਤਾਂ ਇੱਕ ਥਾਂ, ਵਿਸ਼ਵਾਸ ਜ਼ਿਆਦਾ ਜ਼ਰੂਰੀ ਜੋ ਕਿ ਇੱਥੇ ਹੈਗਾ, ਕਿਉਂਕਿ ਇਹ ਸੇਵਾ ਹੈਗੀ ਹੈ। ਇਟ ਇਜ਼ ਅ ਸੇਵਾ। ਇਹ ਕੋਈ ਕਮਾਈ ਤਾਂ ਕਰ ਨਹੀਂ ਰਹੇ, ਇਹ ਤੇਰਾ ਬਾਬੇ ਦਾ, ਤੇ ਇਹ ਜਿਹੜਾ ਹੈਗਾ ਇਹ ਉਹ ਕਰ ਰਹੇ ਨੇ। ਦਵਾਈਆਂ ਵਾਸਤੇ ਲੋਕ ਆਉਂਦੇ ਨੇ, ਕਈਆਂ ਕੋਲ ਕਿਸੇ ਕੋਲ ਪੈਸਾ ਹੈ, ਕਿਸੇ ਕੋਲ ਨਹੀਂ ਹੈ, ਤੇ ਨਾਲ ਉਹਦੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਸ਼ੁਰੂਆਤ ਕਰੀ ਸੀ, ਉਦੋਂ ਬਹੁਤ ਅੱਗੇ ਵਧਦੀ ਦਿਖੀ। ਤੇ ਗੁਰੂ ਨਾਨਕ ਸਾਹਿਬ ਦੀ ਕਹਿੰਦੇ ਇਹ ਦੁਕਾਨ ਹੈ, ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੱਟੀ ਆ ਉਹ ਠੀਕ ਹੈ। ਗੱਲ ਉਹੀ ਆ ਜਾਂਦੀ ਹੈ ਵੀ ਆਖਰਕਾਰ ਕੋਈ ਪ੍ਰੋਜੈਕਟਸ ਫੇਲ ਜਾਂ ਕਹੀਏ ਕਿ ਪਾਸ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਵੱਡੀ ਗਿਣਤੀ 'ਚ ਉਰੇ ਵਿਸ਼ਵਾਸ ਵੀ ਜਤਾਉਂਦੇ ਨੇ। ਤੇ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜਿਹੜਾ ਜ਼ਰੂਰਤਮੰਦ ਹੈ, ਜਿਹਦੇ ਕੋਲ ਰੋਟੀ ਦੇ ਪੈਸੇ ਹੈ ਨਹੀਂ, ਤਾਂ ਆਖਰਕਾਰ ਉਹ ਕਿੱਥੋਂ ਲਿਆਊਗਾ ਦਵਾਈਆਂ ਵਾਸਤੇ ਪੈਸੇ, ਤੇ ਕਿੱਥੋਂ ਆਖਰਕਾਰ ਉਹ ਵੱਡੇ ਮੋਟੇ ਦਾਮਾਂ ਤੇ। ਇੱਕ ਪਾਸੇ ਉਹ ਮਾਫੀਆ ਕੰਮ ਕਰਦਾ ਜਿਹਨੇ ਕਿ ਆਖਰਕਾਰ ਕੋਸ਼ਿਸ਼ ਵੀ ਕਰੀ ਕਿ ਸਪਲਾਈ ਰੋਕ ਦਈਏ ਜਾਂ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਿੱਕਤਾਂ ਖੜੀਆਂ ਕਰਨ ਨੂੰ ਲੈ ਕੇ, ਪਰ ਇੱਕ ਪਾਸੇ ਉਹ ਵੀ ਲੋਕ ਆਖਰ ਜਿਹੜੇ ਕਹਿੰਦੇ ਕਿ ਅਸੀਂ ਕੁਛ ਮਰਜ਼ੀ ਹੋ ਜਾਏ ਚੱਲਾਂਗੇ ਗੁਰੂ ਨਾਨਕ ਦੇ ਨਿਸ਼ਚੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੇ ਕਹਿ ਸਕਦੇ ਹਾਂ ਆਸ਼ੀਰਵਾਦ ਹੈ, ਤੇ ਉਹਨਾਂ ਦੀ ਆਪਣੀ ਦੁਕਾਨ ਕਹੀ ਜਾ ਸਕਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਦੋਂ ਆਸ਼ੀਰਵਾਦ ਦੇ ਨਾਲ ਉਰੇ ਲੋਕ ਕੰਮ ਕਰਦੇ ਨੇ ਤਾਂ ਘਾਟ ਵੀ ਕਿਸੇ ਚੀਜ਼ ਦੀ ਨਹੀਂ ਰਹਿੰਦੀ। ਉਸ ਤੋਂ ਬਾਅਦ ਚੀਜ਼ਾਂ ਵਧੀਆਂ ਨੇ, ਘਟੀਆਂ ਨਹੀਂ। ਤੇ ਨਾਲ ਹੁਣ ਉਹ ਲੋਕਾਂ ਨੇ ਵੀ ਇਹਨਾਂ ਨੂੰ ਐਕਸੈਪਟ ਕਰਿਆ ਜਿਹੜੇ ਸ਼ਾਇਦ ਮਾਫੀਆ 'ਚ ਰਲ ਕੇ ਇਹਦਾ ਰਸਤਾ ਰੋਕਣਾ ਚਾਹੁੰਦੇ ਸੀਗੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੇਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।